ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ 15 ਤਰੀਕ ਹੈ ਤੇ ਬੇहद ਖਾਸ ਦਿਨ ਕਿਸਾਨੀ ਅੰਦੋਲਨ ਨੂੰ ਲੈ ਕੇ। ਇਸ ਸਭ ਦੇ ਵਿਚਾਲੇ ਰਾਜੇਵਾਲ ਸਾਹਿਬ ਦੀ ਚਿੱਠੀ ਆਉਣਾ ਤੇ ਲਾਲ ਕਿਲੇ ਦੇ ਉੱਤੇ ਕੀ ਝੰਡਾ ਲਹਿਰਾਇਆ ਜਾਣਾ ਜਾਂ ਨਹੀਂ ਲਹਿਰਾਇਆ ਜਾਣਾ, ਜਿਹੜੀਆਂ ਖਬਰਾਂ ਚੱਲਦੀਆਂ ਸੀ ਉਹ ਸਭ ਨੂੰ ਕਲੀਅਰ ਕੀਤਾ ਗਿਆ। ਬਗਾਵਤ ਦੀ ਗੱਲ ਵੀ ਹੋਈ ਹੈ ਕਿ ਅਸੀਂ ਬਗਾਵਤ ਨਹੀਂ ਕਰਦੇ। ਦੂਜੀ ਗੱਲ, ਭੁਪਿੰਦਰ ਸਿੰਘ ਮਾਨ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਦੇ ਵਿੱਚ ਸ਼ਾਮਲ ਸੀ। ਉਹ ਕਮੇਟੀ ਦੇ ਵਿੱਚ ਉਹ ਕਹਿੰਦੇ ਕਿ ਮੈਂ ਇਸ ਵਿੱਚ ਸ਼ਾਮਲ ਨਹੀਂ ਹੋਣਾ। ਉਹਨਾਂ ਨੇ ਆਪਣੀ ਜਿਹੜੀ ਉਹ ਚਿੱਠੀ ਲਿਖ ਕੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਸਟੈਂਡ ਸਪਸ਼ਟ ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਕਮੇਟੀ ਦੇ ਵਿੱਚ ਨਾ ਜਾਣਦਾ। ਤੇ ਦੂਜੀ ਗੱਲ, ਖੇਤੀ ਕਾਨੂੰਨਾਂ ਦੇ ਉੱਤੇ ਕੋਈ ਵੀ ਸਟੈਂਡ ਸਪਸ਼ਟ ਨਹੀਂ। ਉਹਦੇ ਉੱਤੇ ਗੱਲਬਾਤ ਕਰਾਂਗੇ। ਮੀਟਿੰਗ ਹੋਣੀ ਹੈ, ਮੀਟਿੰਗ ਬਾਰੇ ਗੱਲਬਾਤ ਕਰਾਂਗੇ ਕਿ ਕੀ ਕੁਝ ਹੋ ਸਕਦਾ ਹੈ, ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਸਰਕਾਰ ਦਾ ਰੁਖ ਕਿੱਦਾਂ ਦਾ ਹੋਣਾ, ਸਭ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਰਾਜੇਵਾਲ ਸਾਹਿਬ ਦੀ ਚਿੱਠੀ ਦੀ ਗੱਲ ਕਰਦੇ ਹਾਂ। ਅੱਜ ਮੀਟਿੰਗ ਹੈ ਤੇ ਰਾਜੇਵਾਲ ਸਾਹਿਬ ਇੱਕ ਦਿਨ ਪਹਿਲਾਂ ਚਿੱਠੀ ਦੇ ਰਹੇ ਨੇ। ਦੂਜੀ ਗੱਲ, ਉਹਦੇ ਵਿੱਚ ਬਗਾਵਤ ਦੀ ਗੱਲ ਹੋਈ ਹੈ ਕਿ ਕੋਈ ਬਗਾਵਤ ਨਹੀਂ ਕਰਨੀ ਕਿਸਾਨਾਂ ਨੇ, ਪਰ ਉਹ ਜੋਸ਼ ਨੂੰ ਕਿੱਦਾਂ ਸੰਭਾਲਣਗੇ? ਉਹ ਜੋਸ਼ ਜਿਹੜਾ ਬੈਰੀਕੇਡ ਭੰਨ ਕੇ ਦਿੱਲੀ ਤੱਕ ਲੈ ਗਿਆ। ਜੋਸ਼ ਦੀ ਜ਼ਰੂਰਤ ਤੇ ਹੁੰਦੀ ਆ, ਪਰ ਬਿਨਾਂ ਹੋਸ਼ ਤੋਂ ਜਿਹੜਾ ਜੋਸ਼ ਆ ਉਹ ਆਤਮਘਾਤੀ ਹੁੰਦਾ। ਉਹਦੇ ਕੋਈ ਬਹੁਤੇ ਨਤੀਜੇ ਨਹੀਂ ਨਿਕਲਦੇ। ਇਹ ਬਣੀ ਬਣਾਈ ਖੇਲ ਖਰਾਬ ਹੋਊਗੀ। ਹੋ ਸਕਦਾ ਕਈ ਬੰਦੇ ਇਹੋ ਜਿਹੇ ਕੋਸ਼ਿਸ਼ ਕਰਨ। ਇਹ ਪਹਿਲਾਂ ਵੀ ਹੋ ਚੁੱਕਾ। ਤੁਸੀਂ ਆ 2 ਹਫ਼ਤੇ ਪਹਿਲਾਂ ਦੇਖਿਆ ਨਹੀਂ ਹੈ ਕਿ ਜਿਹੜਾ ਸ਼ਾਹਪੁਰ ਜੈਪੁਰ ਵਾਲੀ ਰੋਡ ਦੇ ਉੱਤੋਂ 15-20 ਟਰਾਲੀਆਂ ਜੋਸ਼ ਦੇ ਨਾਲ ਅੱਗੇ ਵੱਧ ਗਈਆਂ ਔਰ ਗੰਗਾਨਗਰ ਤੋਂ ਸੀ ਮੋਸਟ ਪ੍ਰੋਬੇਬਲੀ, ਮੈਨੂੰ ਕਿਸੇ ਨੇ ਦੱਸਿਆ ਸੀਗਾ। ਤੇ ਉਹ ਇਹੋ ਜਿਹੇ ਯੰਗ ਮੁੰਡੇ ਸੀ ਜਿਹੜੇ ਕਹਿੰਦੇ ਸੀਗੇ ਕਿ ਤੁਸੀਂ ਇੱਥੇ ਝੁੱਲ ਪਾ ਕੇ ਬਹਿ ਗਏ ਆ, ਮਤਲਬ ਹੁਣ ਤੁਸੀਂ ਢਿੱਲੇ ਹੋ ਗਏ ਆ, ਇੱਥੇ ਰੋਟੀਆਂ ਖਾਈ ਜਾਂਦੇ ਆ, ਕਰਦੇ ਕੁਝ ਨਹੀਂ। ਕਈ ਵਾਰੀ ਨਾ ਕੁਝ ਗਲਤ ਪਾਸੇ ਚੱਲਣ ਨਾਲੋਂ ਬੈਠੇ ਰਹਿਣਾ ਜ਼ਿਆਦਾ ਇੰਪੋਰਟੈਂਟ ਹੁੰਦਾ। ਤੁਸੀਂ ਗਲਤ ਪਾਸੇ ਚੱਲੋਗੇ, ਗਲਤ ਮੋੜਾ ਲੈ ਲਓਗੇ ਤੇ ਫਿਰ ਵਾਪਸ ਹੀ ਆਓਗੇ ਨਾ। ਫਿਰ ਵਾਪਸ ਆਓਗੇ ਤੇ ਹੋ ਸਕਦਾ ਉਹ ਜਗ੍ਹਾ ਉੱਥੇ ਕੋਈ ਹੋਰ ਆਕੂਪਾਈ ਕਰ ਗਿਆ ਹੋਵੇ। ਇਹ ਬੜਾ ਸਲਿੱਪਰੀ ਗੱਲਾਂ ਹੁੰਦੀਆਂ। ਇਸ ਨੂੰ ਬਹੁਤ ਹੀ ਟੈਕਟੀਕਲੀ ਧਿਆਨ ਦੇ ਨਾਲ ਚੱਲਣ ਵਾਲੀ ਗੱਲ ਆ। ਜਿਹੜੇ ਅੱਗੇ ਗਏ, ਫਿਰ ਉਹਨਾਂ ਦੇ 2 ਦਿਨਾਂ ਬਾਅਦ ਜਦੋਂ ਉਹਨਾਂ ਨੇ ਪੁਲਿਸ ਨੇ ਪੂਰੇ ਘੇਰ ਲਏ, ਜਿਸ ਤਰ੍ਹਾਂ ਹੁਣ ਕੂੰਜ ਡਾਰੋਂ ਵਿਛੜ ਜਾਏ ਤੇ ਕਿਵੇਂ ਕਰਲਾਉਂਦੀ ਆ। ਉਹ ਕਹਿੰਦੀ ਕਿ ਹਾਏ ਰੱਬਾ ਕਿੱਥੇ ਚਲੇ ਗਏ ਨਾਲ ਦੀਆਂ ਸਹੇਲੀਆਂ ਸਾਡੀਆਂ। ਤੇ ਉਹ ਫਿਰ ਕਈ ਵਾਰੀ ਉਹਨਾਂ ਨੂੰ ਦੂਸਰੇ ਬਾਜ ਵੀ ਫੜ ਲੈਂਦੇ ਆ, ਕਈ ਵਾਰੀ ਉਹ ਵਿਚਾਰੀਆਂ ਫਿਰ ਭੜਕਦੀਆਂ। ਬਹੁਤ ਔਖਾ ਹੁੰਦਾ ਇਹ ਜਿਹੜਾ ਇਕੱਠ ਆ। ਇਕੱਠ ਦੇ ਵਿੱਚ ਅਸੀਂ ਸ਼ੇਰ ਆ ਤੇ ਇਕੱਠ ਤੋਂ ਬਾਹਰ ਅਸੀਂ ਢੇਰ ਆ, ਕੱਖ ਨਹੀਂ ਹੈਗੇ। ਉਹ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਇਹ ਗੱਲ। ਉਹ ਬੱਚੇ ਚਲੋ ਕਰ ਗਏ, ਅਸੀਂ ਉਹਨਾਂ ਨੂੰ ਕੋਈ ਨਿੰਦ ਨਹੀਂ ਰਹੇ, ਪਰ ਉਹਨਾਂ ਨੂੰ ਜੋਸ਼ ਦੇ ਨਾਲ ਜਿਹੜੇ ਬਜ਼ੁਰਗ ਬੈਠੇ ਉੱਥੇ, ਰਾਜੇਵਾਲ ਜੀ ਆ ਜਾਂ ਹੋਰ ਸਾਰੇ ਦਰਸ਼ਨਪਾਲ ਆ ਜਾਂ ਸਾਰੀ ਲੀਡਰਸ਼ਿਪ ਆ ਉੱਥੇ, ਸਾਰੇ ਕੋਈ ਕਿਸੇ ਵੱਡੇ ਤੋਂ ਵੱਡੇ ਤੱਤੇ ਤੋਂ ਤੱਤੇ ਲੋਕ ਵੀ ਉੱਥੇ ਹੈਗੇ, ਪਰ ਸਾਰੇ ਸਬਰ ਕਰਕੇ ਬੈਠੇ ਆ ਨਾ। ਇਹ ਥੋੜਾ ਕਿ ਉਹਨਾਂ ਦਾ ਖੂਨ ਨਹੀਂ ਖੌਲਦਾ। ਇਹ ਸਾਰੇ ਅਲੱਗ-ਅਲੱਗ ਵਿਭਿੰਨ ਵਿਚਾਰਾਂ ਦੇ, ਵਿਭਿੰਨ ਟਾਈਪ ਦੀਆਂ ਆਰਗੇਨਾਈਜੇਸ਼ਨਾਂ ਦੇ, ਛੋਟੇ ਵੱਡੇ ਸਾਰੇ ਬੈਠੇ ਆ। ਉਹ ਕਿਉਂ ਬੈਠੇ ਆ? ਉਹ ਮੂਰਖ ਨਹੀਂ ਹੈਗੇ। ਉਹਨਾਂ ਨੂੰ ਪਤਾ ਕਿ ਅਸੀਂ ਕੁਛ ਜਿੱਤਣ ਆਏ ਆ, ਕੁਛ ਲੈਣ ਆਏ ਆ, ਕੁੱਟ ਖਾਣ ਨਹੀਂ ਆਏ। ਜੇ ਕੁੱਟ ਖਾ ਗਈ ਆਪਾਂ ਨੂੰ, ਤੁਹਾਨੂੰ 1-2 ਵੱਡੀਆਂ ਖਬਰਾਂ ਲਵਾ ਕੇ ਮਜ਼ਾ ਆਉਂਦਾ, ਤਾਂ ਉਹ ਵੈਸੇ ਅਸੀਂ ਇੱਥੇ ਆਪਣੇ ਕੈਂਪ ਦੇ ਵਿੱਚ ਜਿਹਨੂੰ ਜ਼ਿਆਦਾ ਖੁਰਕ ਹੁੰਦੀ ਆ ਥੋੜੇ ਜਿਹੇ 4 ਲਾ ਦਿੰਦੇ ਆ। ਇਹਦਾ ਕੋਈ ਮਾਨੇ ਨਹੀਂ ਹੁੰਦਾ ਹੈ। ਇਹਦਾ ਬਿਲਕੁਲ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਜੇ ਸਾਡੀ ਸਾਰੀ ਦੁਨੀਆ ਦੇ ਵਿੱਚ ਵਾਹਵਾਹੀ ਹੋ ਰਹੀ ਹੈ, ਬਹਿਜਾ ਹੋ ਰਹੀ ਹੈ ਕਿ ਬਹੁਤ ਜ਼ਿਆਦਾ ਸਾਡੀ ਤਾਰੀਫਾਂ ਹੋ ਰਹੀਆਂ, ਉਹਦੇ ਕਾਰਨ ਮੁੱਖ ਇਹ ਹੈ ਕਿ ਇੱਕ ਤੇ ਇੱਥੇ ਸਾਰੇ ਤਕਲੀਫ 'ਚ ਬੈਠੇ ਆ ਕੇ ਆਰਾਮ ਨਾਲ ਸ਼ਾਂਤਮਈ ਬੈਠੇ ਆ, ਧਰਨੇ 'ਚ ਇੱਕ ਦੂਜੇ ਨੂੰ ਕੋਆਪਰੇਟ ਕਰ ਰਹੇ ਆ, ਸਾਰੀਆਂ ਗੱਲਾਂ ਇੱਕ ਦੂਜੇ ਨਾਲ ਗੱਲ ਕਰਕੇ ਕਰਦੇ ਆ। ਸਟੇਜ ਦੀ ਸਾਰੀ ਕਾਰਵਾਈ ਬਹੁਤ ਹੀ ਲੋਕਤੰਤਰਿਕ ਢੰਗ ਨਾਲ ਚੱਲ ਰਹੀ ਆ। ਹਰ ਚੀਜ਼ ਜਿਹੜੀ ਹੈ ਉਹ ਇੱਕ ਦੂਜੇ ਦੀ ਸਲਾਹ ਨਾਲ ਚੱਲ ਰਹੀ। ਇਹ ਛੋਟੀਆਂ ਗੱਲਾਂ ਨਹੀਂ ਹੈ। ਇੰਨੀਆਂ ਵਿਭਿੰਨ 32 ਯੂਨੀਅਨਾਂ ਪੰਜਾਬ ਦੀਆਂ ਹੋਣ ਔਰ ਉਹ ਇੱਕ ਤਰੀਕੇ ਨਾਲ, ਇੱਕ ਸੁਰ, ਇੱਕ ਤਨਜ਼ੀਮ ਦੇ ਵਿੱਚ ਇੰਨਾ ਚਿਰ ਰਹਿ ਕੇ ਬੜੇ ਡਿਸਿਪਲਿਨਡ ਢੰਗ ਦੇ ਨਾਲ ਉਹ ਸਾਰੀ ਮੂਵਮੈਂਟ ਨੂੰ ਲਾਂਚ ਕਰਨ। ਇਸ ਲਈ ਜਿਹੜੀ ਗੱਲ ਰਾਜੇਵਾਲ ਨੇ ਚਿੰਤਾ ਪਰ ਜੇਕਰ 26 ਜਨਵਰੀ ਦੀ ਜਿਹੜੀ ਇਹ ਪਰੇਡ ਦੀ ਗੱਲ ਕਰਦੇ ਸੀ ਕਿ ਇੱਕ ਟਰੈਕਟਰ ਪਰੇਡ ਹੋਣੀ ਹੈ, ਪਹਿਲਾਂ ਜਿਹੜਾ ਇਹੋ ਜਿਹਾ ਨਾਮ ਦਿੱਤਾ ਗਿਆ, ਉਸ ਨਾਮ ਨੂੰ ਲੈ ਕੇ ਜਿਹੜਾ ਨੌਜਵਾਨ ਤਿਆਰ ਪੂਰੇ ਕਿ ਅਸੀਂ ਤਾਂ ਜੀ ਬੈਰੀਕੇਡ ਵੀ ਭੰਨ ਦਾਂਗੇ। ਮਾਨ ਸਿੰਘ ਚੜੂਣੀ ਵੀ ਇਹ ਗੱਲ ਕਹਿੰਦੇ ਨੇ ਵੀ ਟਰੈਕਟਰਾਂ ਨੂੰ ਕਹਿੰਦੇ ਉੱਥੇ ਧੂਪ ਬੱਤੀ ਦੇਣੀ ਹੈ, ਜੇ ਟਰੈਕਟਰਾਂ ਤੋਂ ਉੱਥੇ ਕੰਮ ਨਹੀਂ ਲੈਣਾ, ਜੇ ਬੈਰੀਕੇਡ ਲਾਉਣਗੇ ਤਾਂ ਉਹਨੂੰ ਰੋਕ ਜ਼ਰੂਰੀ ਹੈ। ਦੂਜੀ ਗੱਲ, ਜੇ ਰਾਹ ਮੰਗਦੇ ਨੇ ਤਾਂ ਜੇ ਉਹੋ ਜਿਹਾ ਰਾਹ ਨਹੀਂ ਮਿਲਦਾ ਤਾਂ ਵੀ ਜਿਹੜਾ ਉਹ ਕਿਤੇ ਨਾ ਕਿਤੇ ਜੋਸ਼ ਜਿਹੜਾ ਕੰਮ ਆਉਣ ਦਾ ਜ਼ਰੀਆ ਕਿਤੇ ਨਾ ਕਿਤੇ ਨਜ਼ਰ ਆ ਰਿਹਾ। ਪਰ ਦੂਜੀ ਗੱਲ, ਇੱਕ ਹੋਰ ਇਹਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਇਸੇ ਤਰ੍ਹਾਂ ਬੈਠੇ ਰਹੇ, ਹੁਣ ਵੀ ਬੈਠੇ ਨੇ, ਇੱਕ ਟਰੈਕਟਰ ਮਾਰਚ ਪਹਿਲਾਂ ਕੱਢ ਲਿਆ, ਇੱਕ 26 ਜਨਵਰੀ ਨੂੰ ਕੱਢ ਲੈਣਗੇ, ਲੋਕ ਤਾਂ ਇਹ ਸਵਾਲ ਪੁੱਛਦੇ ਨੇ ਨਾ, ਫਿਰ ਸਰਕਾਰ ਤੇ ਦਬਾਅ ਜਿਹੜਾ, ਸਰਕਾਰ ਕਿਸ ਤਰ੍ਹਾਂ ਜਿਹੜੀ ਉਹ
ਹੱਥਾਂ ਪੈਰਾਂ ਦੀ ਸਰਕਾਰ ਨੂੰ ਪੈਗੀ ਤਾਂ ਹੀ ਉਹ ਕੁਝ ਹੋਏਗਾ, ਨਹੀਂ ਤਾਂ ਤੁਸੀਂ ਬੈਠੇ ਹੋ ਉਹ ਜਿਵੇਂ ਉੱਥੇ ਬਹਿ ਗਏ ਉਹੋ ਜਿਹੇ ਟਰੈਕਟਰਾਂ ਤੇ ਬਹਿ ਗਏ। ਨਹੀਂ ਜੀ, ਇਹ ਬੜੀ ਬੇਸਮਝੀ ਦੀ ਤੇ ਛੋਟੀ ਆ ਇਨਐਕਸਪੀਰੀਅੰਸ ਗੱਲਾਂ, ਗੈਰ ਤਜਰਬੇ ਦੀਆਂ ਗੱਲਾਂ ਹੈਗੀਆਂ। ਤੁਹਾਡੇ ਖਿਆਲ ਸਰਕਾਰ ਨੂੰ ਕੋਈ ਚਿੰਤਾ ਨਹੀਂ? ਸਰਕਾਰ ਦੇ ਜਿਹੜੇ ਮਿਨਿਸਟਰ ਜਿਨ੍ਹਾਂ ਦੇ ਤੁਸੀਂ ਨੇੜੇ ਦਫ਼ਤਰਾਂ ਦੇ ਜਾ ਨਹੀਂ ਸਕਦੇ, ਉਹ ਤੁਹਾਨੂੰ ਬਲੈਂਕ ਚਿੱਠੀਆਂ ਦੇ ਰਹੇ ਆ ਵੀ ਆਹ ਲਓ ਚਿੱਠੀ, ਇਹਦੇ ਤੇ ਆਪਣੀ ਤਰੀਕ ਪਾ ਲਓ, ਆਪਣੇ ਏਜੰਡੇ ਪਾ ਲਓ, ਸਾਨੂੰ ਟਾਈਮ ਦੇ ਦਿਓ, ਅਸੀਂ ਤਿਆਰ ਬੈਠੇ ਆ, ਅਸੀਂ ਜੋ ਕਹੋਗੇ ਤੁਹਾਡੇ ਲਈ ਉਸੇ ਤਰੀਕੇ ਨਾਲ ਮੀਟਿੰਗ ਕਰਾਂਗੇ। ਇਹ ਛੋਟੀਆਂ ਗੱਲਾਂ। ਤੁਸੀਂ ਸੋਚਦੇ ਆ ਕਿ ਜੇ ਹੱਥਾਂ ਪੈਰਾਂ ਦੀ ਇੰਨੀ ਪਈ ਹੈ ਇਸ ਵੇਲੇ ਸਰਕਾਰ ਨੂੰ, ਤੇ ਉਹ ਪੀਸਫੁਲ ਆਰਗੇਨਾਈਜ਼ਡ ਧਰਨੇ ਦੀ ਪਈ। ਇਹੀ ਤਾਂ ਮੈਂ ਗੱਲ ਕਹਿਣੀ ਚਾਹੁੰਦਾ। ਇਹਨਾਂ ਨੂੰ ਇਹ ਲੱਗਦਾ ਇੱਥੇ ਬੈਠੇ ਨਹੀਂ ਹੈ। ਇਹਦਾ ਉੱਥੇ ਬੈਠਣ ਦੇ ਨਾਲ ਜਿਹੜਾ ਇਹਦਾ ਮੂਵਮੈਂਟ ਦਾ ਪਸਾਰ ਤੇ ਆਧਾਰ ਇੰਨਾ ਜ਼ਿਆਦਾ ਵੱਧ ਰਿਹਾ ਆ, ਉਸ ਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਕਿੰਨੇ ਦੇ ਗਾਣੇ ਆ ਗਏ ਆ, ਉਹ ਗਾਣੇ ਜਿਹੜੇ ਸਾਡੇ ਨੌਜਵਾਨ ਪਿੰਡਾਂ ਦੇ ਵਿੱਚ ਸਾਰੇ ਸੁਣ ਰਹੇ ਆ, ਕਿੰਨੇ ਜੋਸ਼ ਵਿੱਚ ਆਉਂਦੇ ਆ ਸੁਣ ਕੇ। ਔਰ ਉਹ ਗਾਣਿਆਂ ਦਾ ਅਸਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਜਾ ਕੇ ਸਿਰ ਕਟਵਾਉਣ ਜਾਣਾ ਕਿਤੇ, ਇਹ ਗੱਲਾਂ ਨਹੀਂ ਹੈ। ਉਹ ਠੀਕ ਹੈ, ਇੱਕ ਵੀਰ ਰਸ ਜਿਹੜਾ ਜਿਸ ਤਰ੍ਹਾਂ ਸਾਡੇ ਢਾਡੀ ਵੀਰ ਭਰਦੇ ਆ, ਉਹ ਸਾਡੇ ਚ ਹੋਣਾ ਚਾਹੀਦਾ। ਸਾਡੇ ਚ ਸ਼ਕਤੀ ਨੌਜਵਾਨਾਂ ਚ, ਸਾਡੇ ਸਾਰਿਆਂ ਚ ਹੈਗਾ। ਪਰ ਜੇ ਤੁਸੀਂ ਐਵੇਂ ਕੰਧ ਨਾਲ ਸਿਰ ਮਾਰੋਗੇ ਤਾਂ ਉਹ ਚ ਅਚੀਵ ਕੀ ਕਰਾਂਗੇ? ਇਸ ਤਰ੍ਹਾਂ ਨਹੀਂ ਹੈ ਬਿਲਕੁਲ। ਜਿਹੜੇ ਜਵਾਨ ਔਰ ਜਿਹੜੇ ਬਜ਼ੁਰਗ ਹੈਗੇ, ਇਹਨਾਂ ਦੋਵਾਂ ਦੀ ਮਿਲ ਕੇ ਜੇ ਚੱਲਣਗੇ, ਜਿੱਥੇ ਜਾਣੀ ਤਜਰਬਾ ਔਰ ਨਾਲ ਜੋਸ਼, ਇਹ ਮਿਲ ਕੇ ਚੱਲਣਗੇ ਤਾਂ ਫਿਰ ਅਸੀਂ ਬਹੁਤ ਜ਼ਿਆਦਾ ਅਚੀਵ ਕਰਾਂਗੇ। ਇਸ ਗੱਲ ਨੂੰ ਇੰਜ ਸਮਝਣਾ ਕਿ ਅਸੀਂ ਤੇ ਹੁਣ ਢਿੱਲੇ ਪੈ ਗਏ ਆ ਜੀ, ਬੈਠੇ ਉੱਥੇ ਲੰਗਰ ਖਾਈ ਜਾਂਦੇ ਆ ਜੀ, ਕੁਝ ਕਰਦੇ ਨਹੀਂ, ਇਸ ਤਰ੍ਹਾਂ ਨਹੀਂ ਹੈ ਨਾ। ਮੈਂ ਤਾਂ ਸ਼ੁਰੂ ਚ ਕਿਹਾ ਸੀ, ਨਾ ਕਰਨਾ ਵੀ ਬਹੁਤ ਕੁਝ ਕਰਨਾ ਹੁੰਦਾ। ਜਾਣੀ ਗਲਤ ਕੁਝ ਕਰਨ ਨਾਲੋਂ, ਆਪਣੇ ਮੌਰ ਸਿਕਾਉਣ ਨਾਲੋਂ, ਮੂਵਮੈਂਟ ਦੇ ਵਿੱਚ ਇਹ ਜੇ ਆਪਾਂ ਉੱਥੇ ਜਾਂਦੇ ਆ, ਜ਼ਬਰਦਸਤੀ ਕਰਦੇ ਆ, ਮੰਨ ਲਓ ਸਾਡੇ ਮਨ ਚ ਅਸੀਂ ਐਲਾਨ ਕਰ ਦਿੰਦੇ ਆ ਇਸ ਨੂੰ, ਉਹ ਜਾ ਕੇ ਦੇਖ ਲਓ ਟਰੰਪ ਦਾ ਕੀ ਬਣਿਆ। ਟਰੰਪ ਨੇ ਇਹੋ ਹੀ ਕੀਤਾ ਨਾ, ਡੈਮੋਕ੍ਰੇਸੀ ਨੂੰ ਚੈਲੰਜ ਕੀਤਾ, ਲੋਕਾਂ ਦੀ ਸ਼ਕਤੀ ਨੂੰ, ਲੋਕਾਂ ਦੇ ਫਤਵੇ ਨੂੰ ਚੈਲੰਜ ਕੀਤਾ। ਆਫਟਰ ਆਲ ਉਹ ਇਲੈਕਟਡ ਗਵਰਨਮੈਂਟ ਆ, ਅਸੀਂ ਵੋਟਾਂ ਪਾਈਆਂ ਕਿਸ ਤਰੀਕੇ ਨਾਲ ਆ। ਤੁਸੀਂ ਹੁਣ ਇਲੈਕਟਡ ਗਵਰਨਮੈਂਟ ਨੂੰ ਉੱਥੇ ਕਹੋਗੇ ਅਸੀਂ ਸੁੱਟਣ ਚੱਲੇ ਆ, ਇਹ ਬਦਤਮੀਜ਼ੀ ਵਾਲੀ ਇਨਐਕਸਪੀਰੀਅੰਸ ਗੱਲ ਹੋਊਗੀ। ਬਿਲਕੁਲ ਇਹਨਾਂ ਗੱਲਾਂ ਦੇ ਉੱਤੋਂ ਬਾਜ਼ ਆਉਣਾ ਚਾਹੀਦਾ। ਇਹਦੇ ਨਾਲ ਅਸੀਂ ਬਣੀ ਬਣਾਤੀ ਖੇਲ ਨੂੰ ਖਰਾਬ ਕਰ ਰਹੇ ਹੋਵਾਂਗੇ ਤੇ ਦੁਸ਼ਮਣ ਦੇ ਹੱਥਾਂ 'ਚ ਖੇਡ ਰਹੇ ਹੋਵਾਂਗੇ। ਹਾਂ, ਜੇ ਕੋਈ ਵੈਸੇ ਕੋਈ ਜੋਸ਼ ਵਿੱਚ ਆ ਕੇ ਕੁਝ ਕਰਦਾ, ਉਹਦੀ ਮਦਦ ਕਰਨੀ, ਉਹਨੂੰ ਸਮਝਾਉਣਾ ਸਾਡਾ ਫਰਜ਼ ਆ। ਪਰ ਜੇ ਕੋਈ ਪਲਾਨ ਢੰਗ ਨਾਲ ਡਿਕਲੇਅਰ ਕਰਕੇ ਕਰਦਾ ਕਿ ਮੈਂ ਤੇ ਇਹ ਕਰੂੰਗਾ, ਤੇ ਇਹ ਤੁਸੀਂ ਇਸ ਮੂਵਮੈਂਟ ਦੀ, ਇਹਨਾਂ ਕਿਸਾਨਾਂ ਦੀ, ਉਹਨਾਂ ਮੁੱਦਿਆਂ ਦੀ ਮਦਦ ਨਹੀਂ ਕਰ ਰਹੇ ਹੋਗੇ ਜੋ ਤੁਹਾਨੂੰ ਤੁਹਾਡੇ ਵਿਰੋਧੀ ਇਹੋ ਜਿਹਾ ਚਾਹੁੰਦੇ ਆ ਕਿ ਕੁਝ ਕਰੋ ਤਾਂ ਕਿ ਤੁਹਾਨੂੰ ਕੁੱਟ ਕੇ ਇੱਥੋਂ ਭਜਾਈਏ। ਉਹਨਾਂ ਦੀ ਅਸੀਂ ਵਿਰੋਧੀਆਂ ਦੀ ਜਾਂ ਸਰਕਾਰ ਦੀ ਮਦਦ ਇਹਦੇ ਵਿੱਚ ਕਰ ਰਹੇ ਹੋਵਾਂਗੇ। ਜੀ ਬਿਲਕੁਲ। ਇੱਕ ਹੁਣ ਅਗਲੀ ਗੱਲ ਜਿਹੜੀ ਹੈ, ਸੁਪਰੀਮ ਕੋਰਟ ਦੀ ਕਮੇਟੀ ਦੇ ਵਿੱਚ ਭੁਪਿੰਦਰ ਸਿੰਘ ਮਾਨ ਜਿਹੜੇ ਕਿਸਾਨ ਆਗੂ, ਉਹਨਾਂ ਦਾ ਨਾਂ ਸ਼ਾਮਲ ਸੀ। ਪ੍ਰੈਸ਼ਰ ਇੰਨਾ ਬਣਿਆ ਕਿ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਉਸ ਕਮੇਟੀ ਵਿੱਚ ਨਹੀਂ ਰਵਾਂਗਾ, ਮੈਂ ਕਿਸਾਨਾਂ ਦੇ ਨਾਲ ਆ। ਪਰ ਕਿਸਾਨ ਇਹ ਸਵਾਲ ਪੁੱਛ ਰਹੇ ਨੇ ਹੁਣ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਟੈਂਡ ਕੀ ਹੈ। ਜਿਹੜੀ ਚਿੱਠੀ ਤੁਸੀਂ ਕਹਿੰਦੇ ਕੇਂਦਰ ਨੂੰ ਲਿਖੀ, ਉਹਦੇ ਕਰੋ ਦਰੁਸਤ ਹੈ, ਚੰਗੀ ਗੱਲ ਹੈ ਕਿ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਇੱਕ ਪ੍ਰੈਸ਼ਰ ਜਾਏਗਾ ਕਿ ਸਰਕਾਰ ਨੇ ਜਿਹੜੀ ਕਮੇਟੀ ਬਣਾਈ, ਭੁਪਿੰਦਰ ਸਿੰਘ ਮਾਨ ਉਹਦੇ ਵਿੱਚ ਸ਼ਾਮਲ ਸੀ, ਕਿਸਾਨ ਆਗੂ, ਉਹ ਬਾਹਰ ਹੋ ਗਏ। ਪਰ ਗੱਲ ਤਾਂ ਇਹ ਹੈ ਕਿ ਖੇਤੀ ਕਾਨੂੰਨਾਂ ਵਿੱਚ ਕਿਸ ਤਰ੍ਹਾਂ ਨਹੀਂ ਸਪਸ਼ਟ ਹੋਇਆ। ਸੁਖਵਿੰਦਰ ਜੀ, ਜ਼ਿੰਦਗੀ 'ਚ ਨਾ ਦੋਵੇਂ ਹੱਥਾਂ 'ਚ ਲੱਡੂ ਨਹੀਂ ਹੁੰਦੇ, ਇੱਕੋ ਹੱਥ 'ਚ ਹੀ ਹੁੰਦਾ। ਤੇ ਜੇ ਤੁਸੀਂ ਦੋਵਾਂ ਹੱਥਾਂ 'ਚ ਕਰਦੇ ਆ ਤੇ ਕਈ ਵਾਰੀ ਫਿਰ ਬਹੁਤ ਮਹਿੰਗਾ ਪੈਂਦਾ। ਜਾਂ ਤੇ ਤੁਸੀਂ ਕਿਸਾਨਾਂ ਨਾਲ ਹੋ ਜਾਂ ਸਰਕਾਰਾਂ ਨਾਲ ਹੋ। ਕੁਝ ਕੁ ਸਾਡੇ ਕਿਸਾਨ ਲੀਡਰ, ਮੈਨੂੰ ਹੁਣ ਚਲੋ ਨਾਂ ਲੈਣ 'ਚ ਵੀ ਨਹੀਂ ਕੋਈ ਹਰਜ ਹੈ ਕਿਉਂਕਿ ਸਾਰਿਆਂ ਨੂੰ ਹੀ ਪਤਾ, ਉਹ ਇਹ ਤਵੱਕੋ ਰੱਖਦੇ ਰਹਿੰਦੇ ਆ ਕਿ ਹੁਣ ਆਪਾਂ ਲੀਡਰ ਤੇ ਬਣ ਗਏ ਆ, ਫਿਰ ਇਹਦਾ ਫਾਇਦਾ ਕੀ ਹੋਇਆ। ਤੁਸੀਂ ਸਰਕਾਰੇ ਦਰਬਾਰੇ ਕੋਈ ਨਾ ਕੋਈ ਪੋਜੀਸ਼ਨ ਲਓ, ਭਾਵੇਂ ਸਿੱਧੀ ਤੇ ਭਾਵੇਂ ਅਸਿੱਧੀ। ਉਹਦੇ ਨਾਲ ਕੀ ਹੋਊਗਾ ਕਿ ਫਿਰ ਤੁਸੀਂ ਆਪਣੀਆਂ ਮੌਜ ਮੇਲਾ, ਚਾਰ ਪੈਸੇ ਹੋਰ, ਸਲੂਟ, ਗੱਡੀ, ਸਾਰਾ ਕੁਝ, ਇਹ ਮਾੜੀ ਗੱਲ ਆ। ਜੇ ਤੁਸੀਂ ਕਿਸਾਨ ਲੀਡਰ ਆ, ਜਦ ਤੱਕ ਕਿਸਾਨ ਲੀਡਰ ਹੈਗੇ ਆ ਤੇ ਕਿਸਾਨਾਂ ਨਾਲ ਖੜੋ। ਜੇ ਤੁਸੀਂ ਸਰਕਾਰੇ ਦਰਬਾਰੇ ਜਾਣਾ ਤੇ ਫਿਰ ਕਿਸਾਨ ਲੀਡਰ ਘੁਮਾਉਣਾ ਆਪਣੇ ਆਪ ਨੂੰ ਬੰਦ ਕਰ ਦਿਓ, ਫਿਰ ਬਾਹਰ ਚਲੇ ਜਾਓ। ਫਿਰ ਨਹੀਂ ਵਿੱਚ ਰਹਿਣਾ ਚਾਹੀਦਾ। ਤੁਸੀਂ ਦੋਵੇਂ ਕੰਮ ਨਹੀਂ ਕਰ ਸਕਦੇ ਹੈਗੇ ਕਿ ਸਰਕਾਰਾਂ ਤੋਂ ਤਵੱਕੋਂ ਤੇ ਪੋਜੀਸ਼ਨਾਂ ਵੀ ਲਓ ਤੇ ਤੁਸੀਂ ਲੋਕ ਹਿੱਤਾਂ ਦੀ ਤੇ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਗੱਲ ਵੀ ਕਰੋ। ਦੋਵੇਂ ਗੱਲਾਂ ਇਕੱਠੀਆਂ ਕਿਵੇਂ ਚੱਲ ਸਕਦੀਆਂ? ਤੁਹਾਡੀ ਤੇ ਹਮੇਸ਼ਾ ਉਹਨਾਂ ਨਾਲ ਵਿਰੋਧਤਾ ਰਹਿਣੀ ਹੈ। ਇਹੀ ਗਲਤੀ ਪਹਿਲਾਂ ਇਹੋ ਜਿਹੀ ਸਾਡੇ ਲੱਖੋਵਾਲ ਵੀਰ ਨੇ, ਹਰਿੰਦਰ ਹੁਣਾਂ ਨੇ ਕਰਤੀ ਸੀਗੀ। ਉਹ ਜਾ ਕੇ ਸਿੱਧੇ ਸੁਪਰੀਮ ਕੋਰਟ ਚਲੇ ਗਏ। ਲੋਕਾਂ ਨੂੰ ਲੱਗਾ ਰੌਲਾ ਪੈ ਗਿਆ। 2 ਘੰਟੇ ਦੇ ਅੰਦਰ ਅੰਦਰ ਰਾਜੇਵਾਲ ਹੁਣਾਂ ਨੇ ਉਹਦੀ ਵਿਰੋਧਤਾ ਕਰਤੀ ਸੀ ਵੀ ਅਸੀਂ ਨਹੀਂ ਗਏ, ਇਹ ਜਿਹੜਾ ਵੀ ਗਿਆ ਸਾਨੂੰ ਕੋਈ ਪੁੱਛ ਕੇ ਨਹੀਂ ਗਿਆ, ਅਸੀਂ ਇਹਦੇ ਵਿਰੋਧ ਵਿੱਚ ਹਾਂ। ਉਹਦਾ ਕੀ ਹੋਇਆ, ਹਸ਼ਰ ਕੀ ਹੋਇਆ ਉਸ ਚਿੱਠੀ ਦਾ, ਜਿਹੜੇ ਸੁਪਰੀਮ ਕੋਰਟ ਵਾਪਸ ਕਰਨੀ ਪਈ ਰਿਟ ਪਟੀਸ਼ਨ ਉਸੇ ਵੇਲੇ। ਉਹ ਉਦੋਂ ਵੀ ਉਹੋ ਹੀ ਕੁਝ ਕਰਨ ਦੀ ਕੋਸ਼ਿਸ਼ ਸੀ ਜੋ ਹੁਣ ਲੋਕਾਂ ਨੇ ਜਾਂ ਸਰਕਾਰ ਦੇ ਕਿਸੇ ਇਸ਼ਾਰੇ ਦੇ ਉੱਤੇ ਹੁਣ ਕੀਤਾ ਗਿਆ। ਇਹ ਉਸੇ ਤਰੀਕੇ ਨਾਲ ਹੀ
ਸੁਖਵਿੰਦਰ ਦੁਬਾਰਾ ਉਸੇ ਤਰੀਕੇ ਨਾਲ ਹੀ ਇਹ ਹੋਇਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਉਹ ਜਿਹੜੇ ਸਰਕਾਰੀ ਦਰਬਾਰੇ ਜਦੋਂ ਗਏ ਤਾਂ ਉਹਨਾਂ ਨੇ ਉਹ ਰਿਟ ਪਟੀਸ਼ਨ ਵਾਪਸ ਲੈਣੀ ਪਈ। ਉਹ ਸੀਗਾ ਯਾਨੀ ਦੇਖੋ ਕਿਸੇ ਨਾ ਕਿਸੇ ਢੰਗ ਨਾਲ ਉਹ ਪਟੀਸ਼ਨ ਦਾ ਮਤਲਬ ਇਹ ਸੀ ਸਰਕਾਰ ਦੀ ਹੀ ਮਦਦ ਕਰਨੀ, ਜਿਹੜੀ ਕਿ ਸਰਕਾਰ ਨੇ ਬਾਅਦ ਵਿੱਚ ਹੁਣ ਦੁਬਾਰਾ ਪਟੀਸ਼ਨ ਕਰਵਾ ਕੇ ਉਹ ਦੱਸ ਦਿੱਤਾ ਕਿ ਉਹ ਕਿਵੇਂ ਕੋਰਟ ਦੇ ਚੱਕਰਾਂ ਦੇ ਵਿੱਚ ਕਿਸਾਨਾਂ ਨੂੰ ਉਲਝਾਉਣਾ ਚਾਹੁੰਦੇ। ਕਿਸਾਨ ਦੁਬਾਰਾ ਅੱਜ ਤੱਕ ਉਧਰ ਨੂੰ ਮੂੰਹ ਨਾ ਕੀਤਾ, ਨਾ ਉਹ ਕਰਨਗੇ ਕਿ ਜੋ ਲੜਾਈ ਮੈਦਾਨ ਦੇ ਵਿੱਚ ਚੱਲ ਰਹੀ ਹੈ ਫਿਰ ਕੋਰਟਾਂ ਦਾ, ਪਟੀਸ਼ਨਾਂ ਦਾ, ਅਰਜ਼ੀਆਂ ਦਾ, ਅਪੀਲਾਂ ਦਾ ਕੋਈ ਉਹਦੇ ਚ ਅਰਥ ਨਹੀਂ ਹੁੰਦਾ। ਹੁਣ ਤੇ ਚੱਲ ਰਿਹਾ ਖੰਡੇ ਦੇ ਖੰਡਾ ਖੜ ਕਰਿਆ ਜਾਣੀ ਆਵਾਜ਼ਾਂ ਦਾ ਗੱਲਾਂ ਦਾ, ਮਤਲਬ ਮੈਟਾਫੋਰਿਕਲੀ ਮੈਂ ਕਹਿ ਰਿਹਾ, ਲਿਟਰਲ ਨਾ ਲੈ ਲਿਓ ਇਸ ਨੂੰ। ਦੂਸਰੇ ਪਾਸੇ ਇਹ ਵੀ ਮੇਰੇ ਵੀਰ ਜਿਹੜੇ ਕਮੇਟੀ ਦੇ ਮੈਂਬਰ ਪ੍ਰਪੋਜ਼ ਹੋਏ ਸੀ ਮਾਨ ਸਾਹਿਬ, ਇਹਨਾਂ ਨੇ ਵੀ ਚਿੱਠੀ ਲਿਖ ਕੇ ਦੇਖੋ ਕੁਛ ਨਾ ਕੁਛ ਫੇਵਰ ਤੇ ਲੈਣੀ ਹੋਊਗੀ ਨਾ ਕਾਨੂੰਨ ਤੇ ਜੀ, ਠੀਕ ਹੈ। ਇਹਨਾਂ ਨੂੰ ਕਿਹੜਾ ਖਿਆਲ ਸੀ ਵੀ ਚਿੱਠੀ ਕਿਤੇ ਗਾਂ ਪਬਲਿਕ ਚ ਚਲੇ ਜਾਊਗੀ। ਜਿੱਡਾ ਵੱਡਾ ਸੰਕਟ ਇਹਨਾਂ ਨੇ ਕਾਂਗਰਸ ਲਈ ਖੜਾ ਕੀਤਾ, ਕੈਪਟਨ ਸਾਹਿਬ ਦੇ ਝਾੜੂ ਫੇਰ ਕੇ ਕਾਂਗਰਸ ਨੂੰ ਸਾਫ਼ ਕਰਦੇ ਰਹੇ, ਰਿੰਨ ਲਾ ਕੇ ਉਹਨਾਂ ਦੇ ਸਾਰੇ ਦਾਗ ਧੋਂਦੇ ਰਹੇ। ਇਹਨਾਂ ਇੱਕਦਮ ਪਤਾ ਹੀ ਨਹੀਂ ਲੱਗਣ ਦਿੱਤਾ, ਮਿੰਟ ਚੋਂ ਦੀ ਸਾਰੀ ਜਿਹੜੀ ਸ਼ਾਹੀ ਦੀ ਦਵਾਤ ਆ ਉਹ ਹੀ ਰੋੜ ਕੇ ਰੱਖਤੀ ਕਾਂਗਰਸ ਦੇ ਉੱਤੇ। ਜਿਹੜੇ ਚਿੱਟੇ ਕੱਪੜੇ ਸੀ ਸਾਰੇ ਕਾਲੇ ਕਰਤੇ। ਹੁਣ ਉਹਨਾਂ ਨੇ ਫੇਰ ਦੁਬਾਰਾ ਵਾਸ਼ਿੰਗ ਮਸ਼ੀਨ ਚ ਪਾਇਆ ਆ ਉਹ ਜਿਹੜਾ ਉਹਨਾਂ ਨੇ ਵਿਦਡਰਾ ਕੀਤਾ ਆ ਨਾ, ਉਹ ਇਹੀ ਦਬਾਅ ਆ। ਜਿਹੜੀ ਮੀਟਿੰਗ ਅੱਜ ਹੋਈ ਹੋਣੀ ਆ ਉਹਦੇ ਚ ਉਹਨਾਂ ਨੇ ਫੈਸਲਾ ਕਰਕੇ ਕਹਿ ਦਿੱਤਾ ਹੋਣਾ ਕਿ ਮਾਨ ਸਾਹਿਬ ਤੁਸੀਂ ਦੋਵਾਂ ਕਿਸ਼ਤੀਆਂ ਚ, ਤਿੰਨਾਂ ਕਿਸ਼ਤੀਆਂ ਚ ਪੈਰ ਨਾ ਰੱਖੋ, ਮਾੜੀ ਗੱਲ ਹੋਊਗੀ। ਜਾਂ ਤੇ ਤੁਸੀਂ ਉਧਰੋਂ ਵਿਦਡਰਾ ਕਰੋ, ਹਾਂਜੀ, ਜਾਂ ਫਿਰ ਸਾਨੂੰ ਇਧਰੋਂ ਕੋਈ ਤੁਹਾਡੇ ਮੁੰਡੇ ਨੂੰ ਵੀ PPSC ਚੋਂ ਬਾਹਰ ਕਰਨਾ ਪਊਗਾ। ਇਹ ਦੋਵੇਂ ਕੰਮ ਨਹੀਂ ਚੱਲਣਗੇ ਕਿ ਤੁਸੀਂ ਕਾਂਗਰਸ ਦੇ ਵੀ ਲੱਡੂ ਖਾਈ ਜਾਓ ਤੇ BJP ਦੇ ਲੱਡੂ ਵੀ ਖਾਈ ਜਾਓ। ਇਹ ਦੋਵੇਂ ਕੰਮ ਇਕੱਠੇ ਨਹੀਂ ਚੱਲਣੇ। ਇਹ ਚੰਗਾ ਨਹੀਂ ਹੋਇਆ। ਮੈਨੂੰ ਬੜਾ ਦੇਖੋ ਅਸੀਂ ਨਿੱਜੀ ਤੌਰ ਤੇ ਪੰਜਾਬ ਏਡਾ ਛੋਟਾ, ਸਾਰੇ ਇੱਕ ਦੂਜੇ ਨੂੰ ਜਾਣਦੇ ਆ, ਪਰ ਇਸ ਕਿਸਮ ਦਾ ਇਹਨਾਂ ਵੱਲੋਂ ਲਿਖ ਕੇ ਦੇਣਾ ਔਰ ਉਹਨਾਂ ਵੱਲੋਂ ਮੈਂਬਰ ਬਣਾਉਣਾ ਔਰ ਸਰਕਾਰ ਦੇ ਫਾਇਦੇ ਚੁੱਕਣ ਵਾਲੀਆਂ ਗੱਲਾਂ ਕਰਨੀਆਂ, ਇਹ ਕਿਸਾਨ ਲੀਡਰਾਂ ਜਾਂ ਮੈਂ ਤੇ ਕਹਿੰਦਾ ਕਿ ਕਿਸਾਨ ਮੂਵਮੈਂਟ ਨੂੰ ਵੇਚਣ ਵਾਲੀ ਗੱਲ। ਅਸਲ ਵਿੱਚ ਕੋਈ ਲੀਡਰ ਕਿਸਾਨਾਂ ਦੇ ਕਹਿ ਵੀ ਰਹੇ ਸੀਗੇ TV ਦੇ ਉੱਤੇ ਕਿ ਦੇਖੋ ਇਹ ਜਦੋਂ ਰਾਜ ਸਭਾ ਦੇ ਮੈਂਬਰ ਕਾਂਗਰਸ ਵੱਲੋਂ ਬਣਾਏ ਵੀ ਗਏ ਸੀਗੇ ਤੇ ਉਦੋਂ ਇਹ ਮੂਵਮੈਂਟ ਦੀ ਪਿੱਠ 'ਚ ਛੁਰਾ ਮਾਰ ਕੇ ਬਣੇ ਸੀ, ਤੇ ਹੁਣ ਵੀ ਲੋਕਾਂ ਨੂੰ ਇੰਝ ਹੀ ਲੱਗ ਰਿਹਾ। ਇਸ ਲਈ ਚੰਗਾ ਕੀਤਾ ਆ, ਇਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ, ਮੈਂ ਕਿਸਾਨਾਂ ਦੇ ਨਾਲ ਆ, ਮੈਂ ਉਹਨਾਂ ਦੇ ਨਾਲ ਨਹੀਂ, ਮੈਂ ਆਪਣੀ ਚਿੱਠੀ ਵਾਪਸ ਲੈਣਾ। ਪਰ ਇਹਨਾਂ ਨੂੰ ਉਹ ਸ਼ਬਦ ਵੀ ਜਿਸ ਤਰ੍ਹਾਂ ਸੁਖਵਿੰਦਰ ਜੀ ਤੁਸੀਂ ਕਹਿੰਦੇ ਆ ਕਿ ਕਾਨੂੰਨ ਤੇ ਜਾਣੀ ਠੀਕ ਆ, ਵਿੱਚ ਕੁਝ ਗਲਤੀਆਂ ਆ ਉਹਨਾਂ ਨੂੰ ਠੀਕ ਕਰ ਲੈਂਦੇ ਆ ਵੀ ਜਾਣੀ ਕਿਤਾਬ ਤੇ ਠੀਕ ਆ, ਵਿੱਚ ਮਾੜੀਆਂ ਮੋਟੀਆਂ ਕਰੈਕਸ਼ਨਾਂ ਨਹੀਂ ਠੀਕ, ਉਹ ਕੰਮ ਵੀ ਬੰਦ ਕਰ ਦੇਣ। ਇਹ ਕਹਿ ਦੇਣ ਕਿ ਦੇਖੋ ਜੀ, ਜਾਂ ਘੱਟੋ ਘੱਟ ਆਪਣੇ ਹੱਥ ਖੜੇ ਕਰ ਦੇਣ ਕਿ ਮੈਂ ਇਹਨਾਂ ਕੰਮਾਂ 'ਚ ਪੈਂਦਾ ਹੀ ਨਹੀਂ। ਜਿਹੜੀ ਪਹਿਲੀ ਗੱਲ ਵੀ ਲਿਖੀ ਆ ਮੈਂ ਉਹ ਵੀ ਵਿਦਡਰਾ ਕਰਦਾ, ਉਹ ਚਿੱਠੀ ਵੀ ਵਿਦਡਰਾ ਕਰਦਾ ਜਿੱਥੇ ਇਹ ਲਿਖਿਆ ਸੀ ਕਿ ਕੁਝ ਤਰਮੀਮਾਂ ਦੇ ਨਾਲ ਕਾਨੂੰਨ ਮੰਨ ਲੈਣੇ ਚਾਹੀਦੇ। ਹਾਂਜੀ, ਸਾਰੇ ਪਾਸੇ ਸਪਸ਼ਟ ਹੋਣਾ ਚਾਹੀਦਾ। ਬਿਲਕੁਲ ਕਿਸਾਨ ਲੀਡਰਾਂ ਨੂੰ ਵੀ ਸਬਕ ਲੈਣਾ ਚਾਹੀਦਾ ਕਿ ਜਾਂ ਤਾਂ ਸਿਆਸੀ ਹੱਥਾਂ 'ਚ ਖੇਡ ਲਓ ਜਾਂ ਫਿਰ ਸਮਾਜਿਕ ਲੋਕਾਂ ਦੇ ਮੁੱਦਿਆਂ ਦੇ ਉੱਤੇ ਲੜਾਈ ਲੜੋ। ਆਖਰੀ ਸਵਾਲ ਮੇਰਾ, ਹੁਣ ਸਮਾਂ ਤੁਹਾਡਾ ਵੀ ਘੱਟ ਹੈ, ਮੇਰਾ ਵੀ ਘੱਟ ਹੈ, ਇਹ ਦੱਸਿਓ ਕਿ ਅੱਜ ਜਿਹੜੀ ਮੀਟਿੰਗ ਹੈ, ਇਸ ਮੀਟਿੰਗ ਦੇ ਉੱਤੇ ਹਾਲਾਂਕਿ ਕਿਸੇ ਤਣ ਪੱਤਨ ਲੱਗਦੀ ਦਿਖਾਈ ਨਹੀਂ ਦੇ ਰਹੀ, ਪਰ ਮਾਨ ਸਾਹਿਬ ਦਾ ਜਿਹੜਾ ਕਮੇਟੀ ਚੋਂ ਬਾਹਰ ਨਿਕਲਣਾ ਤੇ ਰਾਜੇਵਾਲ ਸਾਹਿਬ ਦੀ ਚਿੱਠੀ, ਸਟੇਜਾਂ ਦੇ ਉੱਤੋਂ ਬੋਲਣਾ ਕਿ ਇਹੋ ਜਿਹਾ ਕੁਝ ਨਹੀਂ ਹੋਣਾ, 26 ਜਨਵਰੀ ਜੀ ਤੋਂ ਸਰਕਾਰ ਜਿਹੜੀ ਉਹ ਘਬਰਾਹਟ ਵਿੱਚ ਹੈ, ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਕੀ ਇਹ ਸਭ ਦਾ ਅਸਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਿੱਚ ਪਵੇਗਾ ਕਿ ਨਹੀਂ ਪਵੇਗਾ? ਨਹੀਂ, ਦੇਖੋ ਦੋਵੇਂ ਪਾਸੇ ਆ, ਤੇ ਮੈਟਰ ਆਫ ਇੰਟਰਪ੍ਰੀਟੇਸ਼ਨ ਆ। ਸਾਡੇ ਲੀਡਰ ਇਸ ਗੱਲ ਨੂੰ ਜ਼ਰੂਰ ਰੱਖਣਾ ਚਾਹੀਦਾ ਵੀ ਆ ਕਿ ਦੇਖੋ ਤੁਸੀਂ ਸਾਡੇ ਸਬਰ ਦਾ ਜਿਹੜਾ ਇਮਤਿਹਾਨ ਨਾ ਲਓ। ਹੁਣ 50 ਦਿਨ ਹੋ ਗਏ ਆ ਔਰ ਅਸੀਂ ਇਸ ਠੰਡ ਦੇ ਵਿੱਚ ਜਿਹੜੀ ਐਕਸਟ੍ਰੀਮ ਦੀ ਠੰਡ ਸੀ ਉਹ ਬਰਦਾਸ਼ਤ ਕਰ ਲਏ ਆ। ਤਕਰੀਬਨ 70 ਸਾਡੇ ਕਿਸਾਨ ਸ਼ਹੀਦ ਹੋ ਚੁੱਕੇ ਆ, ਸੁਸਾਈਡ ਕਰਨ ਲੱਗ ਪਏ। ਜਿਹੜੇ ਸੈਂਸਿਟਿਵ ਮਾਈਂਡ ਹੁੰਦੇ, ਨਹੀਂ ਬਰਦਾਸ਼ਤ ਹੁੰਦਾ, ਮੈਨੂੰ ਪਤਾ ਆ, ਉਹਨਾਂ ਨੇ ਕਿਸੇ ਵੀ ਕਾਰਨਾਂ ਕਰਕੇ ਜਾਣੀ ਇਹੋ ਜਿੱਧਰ ਨੂੰ ਵੀ ਚੱਲੇ ਆ ਕਿ ਤੁਸੀਂ ਕੁਛ ਸ਼ਰਮ ਹਜਾ ਕਰੋ। ਇਹ ਕਾਨੂੰਨ ਸਭ ਤੋਂ ਬੰਦਿਆਂ ਦੀ ਜ਼ਿੰਦਗੀ ਹੈ ਤੇ ਕਾਨੂੰਨ ਹੈਗੇ, ਨਹੀਂ ਤੇ ਕਾਹਦੇ ਲਈ ਕਾਨੂੰਨ ਬਣਾਉਣੇ ਆ? ਕਬਰਾਂ ਖੋਦਣ ਲਈ ਬਣਾਉਣੇ ਆ? ਦੱਸੋ ਤਾਂ। ਤੇ ਇਹ ਜਿਹੜਾ ਗੁੱਸਾ ਕੱਲ ਲੋਹੜੀ ਤੇ ਵੀ ਪੈਦਾ ਹੋਇਆ, ਇਹਦਾ ਅਸਰ ਵੀ ਹੋਊਗਾ। ਜਗ੍ਹਾ ਜਗ੍ਹਾ ਕਾਨੂੰਨ ਫੂਕੇ ਗਏ, ਰਿਜੈਕਟ ਹੋਏ ਆ। ਮੈਂ ਕਹਿੰਦਾ ਇਸ ਗੱਲ ਦਾ ਵੀ ਤੁਸੀਂ ਦੇਖਿਓ ਅਸਰ ਹੋਣਾ ਕਿ ਜਿਹੜਾ JJP ਤੇ ਖੱਟੜ ਹੋਮ ਮਿਨਿਸਟਰ ਨੂੰ ਮਿਲੇ ਆ ਤੇ ਬਾਅਦ ਵਿੱਚ ਦੁਸ਼ਯੰਤ ਜਾ ਕੇ ਸਟਾਲਾ ਜਿਹੜੇ ਡਿਪਟੀ ਚੀਫ ਮਿਨਿਸਟਰ ਆ ਉਹ ਪ੍ਰਧਾਨ ਮੰਤਰੀ ਨੂੰ ਵੀ ਮਿਲਣ ਦੀਆਂ ਗੱਲਾਂ ਆਈਆਂ। ਇਹਦਾ ਮਤਲਬ ਹੋ ਸਕਦਾ ਪ੍ਰਧਾਨ ਮੰਤਰੀ ਦੇ ਕੰਨ 'ਚ ਗੱਲ ਪਾਤੀ ਹੋਵੇ ਕਿ ਜੇ ਤੁਸੀਂ 15 ਨੂੰ ਫੈਸਲਾ ਕੋਈ ਨਹੀਂ ਕਰਦੇ ਤਾਂ ਫਿਰ ਸਾਡੇ ਹੱਥ ਖੜਿਆ, ਸਾਡੇ ਤੇ ਉੱਥੇ ਹੈਲੀਕਾਪਟਰ ਨਹੀਂ ਉਤਰਨ ਦਿੰਦੇ। ਅੱਜ ਹੈਲੀਕਾਪਟਰ ਜਿਹੜਾ ਸਿੱਧਾ ਜਾਣਾ ਹੁੰਦਾ ਉਹਦੇ ਤੇ ਨਹੀਂ ਉਤਰਨ ਦਿੰਦੇ ਤੇ ਕੱਲ ਨੂੰ ਸੜਕ ਰਾਹੀਂ ਜਾਵਾਂਗੇ, ਫਿਰ ਤੇ ਸਾਡਾ ਬੁਰਾ ਹਾਲ ਹੋ ਜਾਊਗਾ। ਤੇ ਇਸ ਲਈ ਇਹ ਤੁਸੀਂ ਹੁਣ ਇਸ ਦਾ ਠੰਡ ਢੰਡੌਲਾ ਕਰੋ।
ਹੋ ਸਕਦਾ ਉਹ ਵੀ ਕੰਨ 'ਚ ਗੱਲ ਪਾ ਆਇਆ ਹੋਵੇ ਵੀ ਸਾਡੇ 26 ਤੋਂ ਪਹਿਲਾਂ ਕੋਈ ਫੈਸਲਾ ਕਰ ਲਓ, ਨਹੀਂ ਤੇ ਸਾਡੇ ਹੱਥ ਖੜੇ। ਇਹ ਮੈਨੂੰ ਲੱਗਦਾ, ਸ਼ੱਕ ਲੱਗਦਾ, ਇਹ ਹੋ ਸਕਦੀ ਆ ਗੱਲ। ਨਹੀਂ ਤੇ ਪ੍ਰਧਾਨ ਮੰਤਰੀ ਕੋਲ ਕੀ ਲੈਣ ਜਾਣਾ ਸੀ? ਜਿਹੜਾ ਉਹਨਾਂ ਨੇ ਬਹਾਨਾ ਪਾਇਆ ਕਿ ਅਸੀਂ ਤੇ ਲਾਅ ਐਂਡ ਆਰਡਰ 26 ਨੂੰ ਕਿਵੇਂ ਸ਼ਾਂਤ ਰਹੂਗਾ, ਉਹਦੀ ਗੱਲ ਕੀਤੀ ਹੈ। ਇਸ ਲਈ ਚਾਰੇ ਪਾਸੇ ਕਾਂਗਰਸ ਲਈ ਸੰਕਟ ਵੱਧਦਾ ਜਾ ਰਿਹਾ। ਫਰੀਦਕੋਟ ਦਾ ਪ੍ਰਧਾਨ ਹੀ ਜ਼ਿਲ੍ਹੇ ਦਾ ਇਹਨਾਂ ਦਾ ਛੱਡ ਕੇ ਛਿੱਬੜ ਅਕਾਲੀਆਂ 'ਚ ਜਾ ਵੜਿਆ। ਤੇ ਇਹ ਕੇਰਾ ਚੰਗਾ ਲੱਗੂਗਾ ਉਹਨਾਂ ਨੂੰ ਇੰਨਾ ਕਿ ਜੇ ਨਹੀਂ ਅਜੇ ਉਹਨਾਂ ਨੂੰ ਲੱਗਦਾ ਕਿ ਉਹ ਆਪਣੇ ਆਪ ਨੂੰ ਸਮਝਦੇ ਆ, ਪ੍ਰਧਾਨ ਮੰਤਰੀ ਤੇ ਉਹਨਾਂ ਦੀ ਸਰਕਾਰ ਸਮਝਦੀ ਆ ਕਿ ਨਹੀਂ ਅਸੀਂ ਕਿਸਾਨਾਂ ਦੀ ਆਵਾਜ਼ ਨਾਲੋਂ ਜ਼ਿਆਦਾ ਤਗੜੇ ਆ, ਤੇ ਫਿਰ ਹੋਰ ਅਜ਼ਮਾ ਲੈਣ। 26 ਜਨਵਰੀ 'ਚ ਅਜੇ ਕੁਝ ਦਿਨ ਹੈਗੇ ਆ, ਹੋ ਸਕਦਾ 20 ਤਰੀਕ ਦੀ ਫਿਰ ਮੀਟਿੰਗ ਰੱਖ ਦੇਣ, ਕਿਉਂਕਿ 4-5 ਦਿਨਾਂ ਬਾਅਦ 7 ਦਿਨਾਂ ਬਾਅਦ ਇਹ ਮੀਟਿੰਗ ਰੱਖਦੇ ਆ। 20, 21, 22 ਦੀ ਕਿਸੇ ਦਿਨ ਫਿਰ ਮੀਟਿੰਗ ਸ਼ਾਇਦ ਰੱਖ ਦੇਣ। ਪਰ ਇਹ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਜਦ ਤੱਕ ਤੁਸੀਂ ਇਸ ਮਨਸਾ ਦੇ ਨਾਲ ਨਹੀਂ ਆਉਂਦੀ, ਸਰਕਾਰ ਨਹੀਂ ਆਉਂਦੀ ਕਿ ਅਸੀਂ ਇਸ ਸਾਰੇ ਪ੍ਰੋਟੈਸਟ ਦੀ, ਕਿਸਾਨਾਂ ਦੀ ਇੱਜ਼ਤ ਕਰਦੇ ਆ। ਜਦ ਤੱਕ ਇਹ ਨਹੀਂ ਕਹਿੰਦੇ ਕਿ ਅਸੀਂ ਮਾਫੀ ਚਾਹੁੰਦੇ ਆ ਕਿ ਇੰਨਿਆਂ ਕਿਸਾਨ ਇੱਥੇ ਸ਼ਹੀਦ ਹੋਏ ਆ, ਅਸੀਂ ਉਹਨਾਂ ਦੇ ਨਾਲ ਬਿਲਕੁਲ ਉਹਨਾਂ ਦੀ ਜਿਹੜੀ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਆ, ਸਾਡੇ ਕਰਕੇ ਹੋਇਆ ਇਤਿਹਾਸ, ਅਸੀਂ ਉਹ ਸਾਡੀ ਬੱਜਰ ਗਲਤੀ ਦੀ ਮਾਫੀ ਚਾਹੁੰਦੇ ਆ। ਪਰ ਨਾਲ ਹੀ ਅਸੀਂ ਇਹ ਜਿਹੜੇ ਕਾਨੂੰਨ ਆ ਇਸ ਨੂੰ ਬਿਲਕੁਲ ਰਿਪੀਲ ਕਰਦੇ। ਇਹੋ ਜਿਹਾ ਮਾਈਂਡ ਬਣਾ ਕੇ ਜਦ ਤੱਕ ਨਹੀਂ ਆਉਂਦੇ, ਇਹਦੋਂ ਥੱਲੇ ਸੁਖਵਿੰਦਰ ਕੁਝ ਨਹੀਂ ਹੋਣਾ। ਜਿੰਨੀ ਦੇਰ ਹੋਰ ਮਰਜ਼ੀ ਬੈਠ ਲਓ। ਇੱਕ ਗੱਲ ਸਾਡੇ ਲੀਡਰਾਂ ਨੂੰ ਅੰਦਰ ਜ਼ਰੂਰ ਕਹਿ ਦੇਣੀ ਚਾਹੀਦੀ ਹੈ ਕਿ ਕੱਲ ਨੂੰ ਜੇ ਕੁਝ ਗੱਲ ਹੋ ਗਈ, ਅੱਜ ਤੱਕ ਤੇ ਅਸੀਂ ਰੋਕੀ ਬੈਠੇ ਆ, ਚਿੱਠੀ ਲਿਖ ਦਿੱਤੀ ਆ, ਅਸੀਂ ਆਪਣੇ ਪੂਰੇ ਮੂਵਮੈਂਟ ਨੂੰ ਆਪਣੇ ਤਰੀਕੇ ਨਾਲ ਚਲਾ ਰਹੇ ਹਾਂ। ਪਰ ਜੇ 26 ਨੂੰ ਮੁਹਿੰਮ ਹੀ ਲੋਕ ਹੀ ਇੰਨੇ ਆ ਜਾਣ, ਮੰਨ ਲਓ 10 ਲੱਖ ਲੋਕ ਉੱਥੇ ਇਕੱਠਾ ਹੋ ਜਾਂਦਾ ਹਰਿਆਣੇ ਪੰਜਾਬ ਤੋਂ, ਕਿਹੜਾ ਉਹਨਾਂ ਨੂੰ ਰੋਕ ਪਾਊਗਾ ਜੇ ਆਪ ਮਾਰੇ ਹੋ ਜਾਣਗੇ ਤੇ? ਇਸ ਲਈ ਇਹਨਾਂ ਦਾ ਵੀ ਇਮਤਿਹਾਨ ਨਾ ਲਓ, ਇਸ ਮੂਵਮੈਂਟ ਦਾ ਵੀ ਇਮਤਿਹਾਨ ਨਾ ਲਓ। ਪਰ ਜੇ ਇਸ ਤਰੀਕੇ ਨਾਲ ਉਹਨਾਂ ਨੇ ਲਗਾਤਾਰ ਟਾਲਦੇ ਰਹੇ, ਮੈਨੂੰ ਖੁਦ ਇਸ ਗੱਲ ਦਾ ਲਗਾਤਾਰ ਖਦਸ਼ਾ ਰਹਿੰਦਾ ਆ ਕਿ ਜੇ ਵੱਡੀ ਗਿਣਤੀ 'ਚ ਲੋਕ ਜਿਸ ਤਰੀਕੇ ਨਾਲ ਗਾਣੇ ਹੋਰ ਸਾਰਾ ਚੱਲ ਰਿਹਾ, ਜੋਸ਼ ਬਹੁਤ ਆ ਇੱਥੇ, ਤੁਸੀਂ ਮੁੰਡੇ ਕੁੜੀਆਂ ਸਭ ਲੱਗੇ ਹੋਇਆ। ਕੱਲ ਮੈਂ ਇੱਥੇ ਚੰਡੀਗੜ੍ਹ ਦੇ ਵਿੱਚ ਹੈਰਾਨ ਰਹਿ ਗਿਆ, ਘੱਟੋ ਘੱਟ 700-800 ਲੋਕ ਹੋਣੇ ਆ, ਖਾਸ ਕਰ ਨੌਜਵਾਨ ਕਾਲਜਾਂ ਦੇ ਹੋਰ ਦੇ। ਮੈਂ ਉਹਨਾਂ ਦੇ ਵਿੱਚ ਸ਼ਾਮਿਲ ਸੀਗਾ ਤੇ 3-4 ਘੰਟੇ ਉਹ ਫੰਕਸ਼ਨ ਚੱਲਿਆ ਲੋਹੜੀ 'ਚ, ਇਹ ਜਿਹੜਾ ਬੋਨਫਾਇਰ ਦਾ ਸਾਰਾ ਕਾਨੂੰਨ ਫੂਕਣ ਦਾ। ਇਸ ਲਈ ਜੋ ਜੋਸ਼ ਮੈਨੂੰ ਦਿਖ ਰਿਹਾ ਆ ਸੁਖਵਿੰਦਰ ਜੀ, ਇਹਦਾ ਮਤਲਬ ਇਹ ਹੈ ਕਿ 26 ਤੋਂ ਪਹਿਲਾਂ ਜੇ ਕੋਈ ਚੱਜ ਦੀ ਗੱਲ ਚੱਲ ਫੈਸਲਾ ਹੋ ਜੇ ਤੇ ਬਹੁਤ ਸਾਰਿਆਂ ਲਈ ਇਹ ਸਿਖਾਵਾਂ ਅਪਰਚੁਨਿਟੀ ਆ। ਜਿਹੜੀ ਪਹਿਲੀ ਅਪਰਚੁਨਿਟੀ ਹਾਈ ਕੋਰਟ ਵਾਲੀ ਤੇ ਖੋ ਗਏ, ਉਹ ਵੀ ਇਹਨਾਂ ਦੀ ਬਹੁਤ ਹੀ ਵੱਡੀ ਗਲਤੀ ਹੈ, ਜਿਹਦੀ ਕਾਫੀ ਕੀਮਤ ਉਤਾਰਨੀ ਪਊਗੀ। ਹੁਣ ਮੈਨੂੰ ਲੱਗਦਾ ਕਿ ਇਹ ਆਖਰੀ ਮੌਕਾ 15 ਦਾ ਹੈਗਾ। ਇਹ ਅੱਜ ਜੇ ਇਸ ਗੱਲ ਦੇ ਵਿੱਚ ਕੁਝ ਮੰਨ ਜਾਣਗੇ ਤੇ ਠੀਕ ਆ। 1 ਤਰੀਕ ਜੇ ਵੱਧ ਤੋਂ ਵੱਧ ਪਾਉਣੀਆਂ ਤੇ ਪਾ ਲੈਣ, ਪਰ ਇਹ 20-21 ਦੇ ਗੇੜ ਦੇ ਵਿੱਚ ਸਾਰਾ ਫੈਸਲਾ ਕਰਕੇ ਇਹ ਫੌਜਾਂ ਨੂੰ ਵਾਪਸ ਆਪਣੇ ਪਿੰਡਾਂ ਨੂੰ ਭੇਜਣਾ ਚਾਹੀਦਾ। ਜੇ ਲਮਕਾਉਣਗੇ, ਮੰਨ ਲਓ ਇਹ ਕਹਿਣਗੇ ਕਿ ਨਹੀਂ ਅਸੀਂ ਤੇ ਦੇਖਾਂਗੇ, ਫਿਰ ਦੇਖਣ ਦੀ ਕੀਮਤ ਇਹ ਹੋਊਗੀ ਕਿ ਮੋਦੀ ਦੀ ਕੁਰਸੀ ਡਿੱਗ ਪਊਗੀ ਔਰ ਬੀਜੇਪੀ ਦੀ ਸਰਕਾਰ ਬਣੀ ਬਣਾਤੀ ਹੈ। ਇਤਿਹਾਸ ਹੋਊਗਾ ਕਿ ਐਡੀ ਮੈਜੋਰਿਟੀ 302 ਮੈਂਬਰ ਜੇ ਬੀਜੇਪੀ ਦੇ ਹੋਣਗੇ, ਉਹ ਲੋਕ ਰਹਿਣ ਨਹੀਂ ਦੇਣਗੇ ਦੇਸ਼ ਦੇ। ਬਹੁਤ ਵੱਡੀ ਕੀਮਤ ਸਰਕਾਰ ਦੀ, ਇਹ ਸਰਕਾਰ ਨੂੰ ਇਸ ਮੂਵਮੈਂਟ ਦੇ ਨਾਲ ਇਹੋ ਜਿਹਾ ਐਡਾ ਧੱਕਾ ਕਰਨ ਦੀ ਤਾਰਨੀ ਪਊਗੀ। ਬਿਲਕੁਲ ਹੋ ਸਕਦਾ ਇਹ ਵੀ ਹੈ ਕਿ ਕਿਸਾਨਾਂ ਦੇ ਸਬਰ ਦਾ ਬੰਨ ਟੁੱਟ ਜੇ, ਕਿਉਂਕਿ 26 ਤੱਕ ਤਾਂ ਜੋ ਕੁਝ ਹੋਣਾ ਹੈ ਕਿਸਾਨ ਸੰਭਾਲ ਰਹੇ ਨੇ। ਰਾਜੇਵਾਲ ਸਾਹਿਬ ਵੀ ਸਟੇਜਾਂ ਤੋਂ ਕਹਿ ਗਏ ਕਿ ਸੰਭਲ ਕੇ ਚੱਲੋ। ਜੇ ਵੱਸੋਂ ਬਾਹਰ ਹੋ ਗਿਆ ਉਹਨਾਂ ਦੇ ਵੀ, ਫਿਰ ਸੰਭਾਲਣਾ ਸਰਕਾਰ ਲਈ ਵੀ ਔਖਾ ਹੋ ਜਾਣਾ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸੋ ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ? ਕਿਸਾਨੀ ਅੰਦੋਲਨ ਬਾਰੇ, ਅੱਜ ਦੀ ਹੋਣ ਵਾਲੀ ਮੀਟਿੰਗ ਬਾਰੇ ਤੁਹਾਡਾ ਕੀ ਕਹਿਣਾ ਹੈ? ਜ਼ਰੂਰ ਆਪਣੇ ਵਿਚਾਰ ਰੱਖਿਓ। ਧੰਨਵਾਦ।